ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਰਨਿੰਗ ਐਟ ਲਾਅ ਤੇ ਆਪਣਾ ਅੱਜ ਦਾ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਅਪਡੇਟਸ, ਜਿੱਥੇ ਆਪਾਂ ਇਮੀਗ੍ਰੇਸ਼ਨ ਦੀਆਂ ਨਵੀਆਂ ਘਟਨਾਵਾਂ ਬਾਰੇ ਜਾਂ ਖਬਰਾਂ ਬਾਰੇ ਗੱਲਾਂ ਕਰਦੇ ਹਾਂ। ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਵੀ ਦੇਣ ਦੀ ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਇਸ ਵੀਕ ਦੀਆਂ ਜਿਹੜੀਆਂ ਇੰਪੋਰਟੈਂਟ ਕੁਝ ਖਬਰਾਂ ਨੇ ਉਹਦੇ ਬਾਰੇ ਗੱਲ ਕਰਾਂਗੇ। ਇੱਕ ਤਾਂ ਪਹਿਲਾਂ ਜਿਹੜੀ ਜ਼ਰੂਰੀ ਆ ਖਬਰ ਉਹ ਇਹ ਹੈਗੀ ਆ ਕਿ ਜਿਹੜਾ ਫਰਮ ਰੀਸੈਟਲਮੈਂਟ ਰੂਲ ਆ ਇਹਦੇ ਬਾਰੇ ਗੱਲ ਕਰਨੀ, ਕਿਉਂਕਿ ਜਿਹੜੇ ਅਸਾਈਲਮ ਦੇ ਕੇਸ ਨੇ ਉਹਨਾਂ ਦੇ ਵਿੱਚ ਇਹ ਗੱਲ ਬਾਰ-ਬਾਰ ਆਉਂਦੀ ਹੈ, ਜਿਹਨੂੰ ਆਪਾਂ ਰੀਲੋਕੇਸ਼ਨ ਦੀ ਗੱਲ ਵੀ ਕਰਦੇ ਹਾਂ, ਫਰਮ ਰੀਸੈਟਲਮੈਂਟ ਦੀ ਕਰਦੇ ਹਾਂ। ਸਾਡੇ ਇਸ ਵੀਕ 2 ਅਸਾਈਲਮ ਦੇ ਕੇਸ ਪਾਸ ਹੋਏ ਆ ਤੇ ਉਹਨਾਂ ਦੇ ਵਿੱਚ ਇਹ ਇਸ਼ੂ ਉੱਠਿਆ ਸੀ ਤੇ ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਿਹੜੀ ਆ ਉਹ ਜਾਣਕਾਰੀ ਦੇਣੀ ਚਾਹੁੰਦਾ ਆ। ਪਹਿਲਾਂ ਤਾਂ ਜਿਹੜੇ ਅਸਾਈਲਮ ਦੇ ਗਰਾਊਂਡ ਨੇ ਉਹਨਾਂ ਬਾਰੇ ਦੱਸਦਾ ਬਰੀਫਲੀ ਵੀ ਕੀ ਨੇ। ਤੇ ਅੰਡਰ ਦਾ 1980 ਐਕਟ ਰਿਫਿਊਜੀ is defined as any person who is outside of any country of such person nationality who is unable or unwilling to return to or is unable or unwilling to avail himself or herself of the protection of that country because of persecution or well-founded fear of future persecution on account of race, religion, nationality, membership in a particular social group or political opinion। ਜਿਹੜਾ ਬੰਦਾ ਆਪਣੀ ਕੰਟਰੀ ਦੇ ਵਿੱਚੋਂ ਵਾਪਸ ਨਹੀਂ ਜਾ ਸਕਦਾ, ਉਹਨੂੰ ਇਹ ਡਰ ਹੈ ਕਿ ਉਹਨੂੰ ਪਰਸੀਕਿਊਸ਼ਨ ਹੋਈ ਹੈ ਪਹਿਲਾਂ, ਤੇ ਗਾਂਹ ਨੂੰ ਵੀ ਉਹਨੂੰ ਹੋਏਗੀ ਪਰਸੀਕਿਊਸ਼ਨ। ਉਹਦਾ ਮਤਲਬ ਹੈ ਕੁੱਟਮਾਰ ਹੋਈ ਹੈ, ਤੰਗ ਕੀਤਾ ਗਿਆ, ਟੌਰਚਰ ਕੀਤਾ ਗਿਆ, ਤੇ ਇਹਨਾਂ ਗਰਾਊਂਡ 'ਤੇ ਕੀਤਾ ਗਿਆ, ਉਹ ਬੰਦਾ ਰਿਫਿਊਜੀ ਦੇ ਵਿੱਚ ਆ ਜਾਂਦਾ ਕੈਟੇਗਰੀ, ਤੇ ਅਸਾਈਲਮ ਅਪਲਾਈ ਕਰ ਸਕਦਾ। ਉਹ ਗਰਾਊਂਡ ਹੈਗੇ ਆ ਜੀ ਰੇਸ, ਰਿਲੀਜਨ, ਨੈਸ਼ਨੈਲਿਟੀ, ਮੈਂਬਰਸ਼ਿਪ ਇਨ ਅ ਪਰਟੀਕੂਲਰ ਸੋਸ਼ਲ ਗਰੁੱਪ ਤੇ ਪੋਲੀਟੀਕਲ ਓਪੀਨੀਅਨ। ਤੇ ਇਹਦੇ ਵਿੱਚ ਜਿਹੜਾ ਗਰਾਊਂਡ ਆ ਪਹਿਲਾ ਰੇਸ ਦਾ ਜਿਹੜਾ ਗਰਾਊਂਡ ਆ ਬੇਸਿਕਲੀ ਉਹ ਇਹ ਹੈਗਾ ਕਿ ਜੇ ਤੁਹਾਨੂੰ ਤੁਹਾਡੀ ਰੇਸ ਕਰਕੇ ਸਿੰਗਲ ਆਊਟ ਕੀਤਾ ਗਿਆ ਵੀ ਤੁਹਾਡੀ ਰੇਸ ਜਿਹੜੀ ਆ ਉਹ ਹੋਰ ਆ, ਜਿੱਥੇ ਤੁਸੀਂ ਰਹਿ ਰਹੇ ਹੋ ਜ਼ਿਆਦਾ ਮੈਜੋਰਟੀ ਜਿਹੜੀ ਜੋ ਲੋਕ ਨੇ ਉਹਨਾਂ ਦੀ ਰੇਸ ਹੋਰ ਆ, ਉਹਦੇ ਕਰਕੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਜਾਂ ਤੁਹਾਡੇ 'ਤੇ ਪਰਸੀਕਿਊਸ਼ਨ ਹੋਈ, ਕੁੱਟਿਆ ਮਾਰਿਆ ਗਿਆ, ਲੋਕਾਂ ਨੂੰ ਮਾਰਿਆ ਗਿਆ, ਉਸ ਕਿਸਮ ਦੀ ਜਿਹੜੀ ਆ ਉਹ ਜੇ ਕੋਈ ਹੈਗੀ ਆ ਜਿਹੜੀ ਸਿਚੁਏਸ਼ਨ ਉਹਦੇ ਵਿੱਚ ਰੇਸ 'ਤੇ ਇਹ ਆਉਂਦਾ। ਦੂਜਾ ਹੈਗਾ ਰਿਲੀਜਨ। ਰਿਲੀਜਨ ਦੇ ਵਿੱਚ ਬੇਸਿਕਲੀ ਇਹ ਆ ਕਿ ਰਿਲੀਜਨ ਜਿਹੜੀ ਮੈਜੋਰਟੀ ਆ ਉਸ ਕੰਟਰੀ ਦੇ ਵਿੱਚ ਹੋਰ ਰਿਲੀਜਨ ਦੀ ਆ, ਤੁਸੀਂ ਡਿਫਰੈਂਟ ਰਿਲੀਜਨ ਦੇ ਹੋ ਤੇ ਤੁਹਾਨੂੰ ਉਹ ਧਾਰਮਿਕ ਗੱਲਾਂ ਕਰਕੇ ਪ੍ਰੋਸੀਕਿਊਟ ਕਰਦੇ ਆ। ਜਿਵੇਂ ਕਿ ਇੱਕ ਐਗਜ਼ਾਮਪਲ ਆਈ ਸੀ ਪਿੱਛੇ ਅਫਗਾਨਿਸਤਾਨ ਦੇ ਵਿੱਚ, ਉੱਥੇ ਹੁਣ ਅਟੈਕ ਹੋਇਆ ਗੁਰਦੁਆਰੇ ਤੇ ਕਾਫੀ ਉੱਥੇ ਜਿਹੜੇ ਹੈਗੇ ਆ ਉਹ ਸਿੱਖਾਂ ਨੂੰ ਮਾਰਿਆ ਗਿਆ ਗੁਰਦੁਆਰੇ ਦੇ ਵਿੱਚ। ਜਿਹੜੀ ਇਸ ਕਿਸਮ ਦੀ ਜਿਹੜੀ ਹੁੰਦੀ ਘਟਨਾ ਉਹ ਰਿਲੀਜਨ ਦਾ ਜਿਹੜਾ ਗਰਾਊਂਡ ਆ ਉਹਦੇ ਵਿੱਚ ਉਹ ਆਉਂਦੀ ਆ ਕਿ ਜਦੋਂ ਇੱਕ ਜਿਹੜੀ ਰਿਲੀਜੀਅਸ ਮੈਜੋਰਟੀ ਆ ਉਹ ਮਿਨੋਰਟੀ ਨੂੰ ਧਰਮ ਕਰਕੇ ਕਿ ਵੱਖਰੇ ਧਰਮ ਦੇ ਨੇ ਇਹਨਾਂ ਨੂੰ ਮਾਰੋ ਜਾਂ ਤੰਗ ਕਰੋ ਜਾਂ ਇਸ ਕਿਸਮ ਦਾ ਵਿਹਾਰ ਕਰਦੀ ਹੈ। ਤੀਜਾ ਜਿਹੜਾ ਹੈਗਾ ਉਹ ਹੈਗਾ ਨੈਸ਼ਨੈਲਿਟੀ। ਸੋ ਨੈਸ਼ਨੈਲਿਟੀ ਦੇ ਵਿੱਚ ਵੀ ਜਿਹੜੀ ਮੈਜੋਰਟੀ ਆ ਜੇ ਉਹਦੀ ਨੈਸ਼ਨੈਲਿਟੀ ਹੋਰ ਆ, ਤੁਹਾਡੀ ਹੋਰ ਆ, ਤੇ ਤੁਹਾਡਾ ਅੱਡ ਜਿਹੜਾ ਹੈਗਾ ਤੁਸੀਂ ਉਹਨਾਂ ਦੇ ਨਾਲ ਕੋਈ ਰਾਬਤਾ ਜਾਂ ਕੋਈ ਮੇਲ ਮਿਲਾਪ ਨਹੀਂ ਆ, ਬਲਕਿ ਤੁਹਾਡੀ ਆਪਸ ਦੇ ਵਿੱਚ ਉਹਨਾਂ ਨਾਲ ਰਿਲੇਸ਼ਨ ਵੀ ਚੰਗੇ ਨਹੀਂ, ਤੇ ਮੈਜੋਰਟੀ ਤੁਹਾਨੂੰ ਜਿਹੜਾ ਹੈਗਾ ਉਸ ਗਰਾਊਂਡ 'ਤੇ ਤੰਗ ਕਰ ਰਹੀ ਆ, ਉਹ ਵੀ ਇੱਕ ਗਰਾਊਂਡ ਆ। ਉਦੋਂ ਬਾਅਦ ਹੈਗਾ ਜੀ ਮੈਂਬਰਸ਼ਿਪ ਆਫ ਏ ਪਰਟੀਕੂਲਰ ਸੋਸ਼ਲ ਗਰੁੱਪ। ਉਹਦੇ ਵਿੱਚ ਜਿਹੜਾ ਸੋਸ਼ਲ ਗਰੁੱਪ ਆ ਇਹਦੀ ਇੱਕ ਬੜੀ ਬਰੌਡ ਡੈਫੀਨੇਸ਼ਨ ਆ, ਤੇ ਜੇ ਤੁਸੀਂ ਕਿਸੇ ਸੋਸ਼ਲ ਗਰੁੱਪ ਦੇ ਮੈਂਬਰ ਹੋ ਤੇ ਉਹ ਜਿਹੜਾ ਗਰੁੱਪ ਆ ਉਹ ਟਾਰਗੇਟ ਕੀਤਾ ਗਿਆ ਜਿਹੜੀ ਹੈਗੀ ਆ ਉਹ ਸਰਕਾਰੀ ਏਜੰਸੀਆਂ ਵੱਲੋਂ, ਗੌਰਮੈਂਟ ਵੱਲੋਂ ਜਾਂ ਉਸ ਜਿਹੜੀ ਕੰਟਰੀ ਦੀ ਮੈਜੋਰਟੀ ਵੱਲੋਂ, ਕਿ ਉਹਦੇ ਕਰਕੇ ਤੁਹਾਨੂੰ ਤੰਗ ਕੀਤਾ ਗਿਆ, ਪਰਸੀਕਿਊਟ ਕੀਤਾ ਗਿਆ, ਤੇ ਉਹ ਸੋਸ਼ਲ ਗਰੁੱਪ ਜਿਹੜਾ ਉੱਥੋਂ ਦੀ ਜਿਹੜੀ ਸਰਕਾਰ ਆ ਉਹਦੇ ਨਾਲ ਨਹੀਂ ਸਹਿਮਤ, ਉੱਤੇ ਉਲਟ ਚੱਲਦਾ, ਤੇ ਉਹਦੇ ਕਰਕੇ ਉਹਦੇ ਮੈਂਬਰਸ ਨੂੰ ਜਿਹੜਾ ਹੈਗਾ ਪਰਸੀਕਿਊਟ ਕੀਤਾ ਜਾਂਦਾ, ਇਹ ਵੀ ਗਰਾਊਂਡ ਆ। ਫਿਰ ਹੈਗਾ ਜੀ ਪੋਲੀਟੀਕਲ ਓਪੀਨੀਅਨ। ਸੋ ਪੋਲੀਟੀਕਲ ਓਪੀਨੀਅਨ ਜਿਹੜਾ ਉਹਦਾ ਮਤਲਬ ਇਹ ਆ ਕਿ ਤੁਹਾਡਾ ਬੜਾ ਸਟਰੋਂਗ ਓਪੀਨੀਅਨ ਆ, ਤੁਸੀਂ ਇਹਨੂੰ ਵੌਇਸ ਕਰਦੇ ਹੋ ਤੇ ਸਿੰਗਲ ਆਊਟ ਹੁੰਦੇ ਹੋ ਉਸ ਗੌਰਮੈਂਟ ਦੇ ਖਿਲਾਫ, ਜਿਹੜੀ ਵੀ ਗੌਰਮੈਂਟ ਤੁਹਾਡੀ ਸਟੇਟ 'ਚ ਹੈ ਜਾਂ ਸੈਂਟਰ 'ਚ ਹੈ, ਤੇ ਤੁਹਾਡਾ ਓਪੀਨੀਅਨ ਉਹਨਾਂ ਦੇ ਅਗੇਂਸਟ ਹੈ, ਤਾਂ ਤੁਸੀਂ ਆਪਣਾ ਓਪੀਨੀਅਨ ਲੋਕਾਂ ਦੇ ਵਿੱਚ ਜਾ ਕੇ ਦੱਸਦੇ ਹੋ, ਲੋਕਾਂ 'ਚ ਬੋਲਦੇ ਹੋ, ਅੱਡ-ਅੱਡ ਪਲੇਟਫਾਰਮਾਂ 'ਤੇ, ਸੋਸ਼ਲ ਮੀਡੀਆ 'ਤੇ ਜਾ ਕੇ, ਧਾਰਮਿਕ ਜਿਹੜੀਆਂ ਹੁੰਦੀਆਂ ਨੇ ਜਗ੍ਹਾ ਜਿਵੇਂ ਗੁਰਦੁਆਰੇ, ਮੰਦਰ, ਉੱਥੇ ਜਾ ਕੇ ਜਾਂ ਉਹ ਲੋਕਾਂ ਦੇ ਇਕੱਠ ਜਿੱਥੇ ਹੁੰਦੇ ਉੱਥੇ ਬੋਲਦੇ ਆ ਗੌਰਮੈਂਟ ਦੇ ਖਿਲਾਫ, ਤੁਸੀਂ ਆਪਣਾ ਓਪੀਨੀਅਨ ਦਿੰਦੇ ਆ, ਤੁਹਾਨੂੰ ਉਹਦੀ ਬੇਸ 'ਤੇ ਤੰਗ ਕਰਦੇ, ਪਰਸੀਕਿਊਟ ਕਰਦੇ ਆ। ਸੋ ਬੇਸਿਕਲੀ ਇਹ ਜਿਹੜੇ ਇਹ ਗਰਾਊਂਡ ਹੈਗੇ ਆ, ਤੇ ਇਹਨਾਂ ਦੇ ਵਿੱਚ ਆਮ ਤੌਰ 'ਤੇ ਜਿਹੜਾ ਹੈਗਾ ਉਹ ਇਹ ਜਿਹੜੇ ਕੇਸ ਆਉਂਦੇ ਆ। ਤੇ ਇਹਦੇ ਨਾਲ ਜਿਹੜੀ ਆਪਾਂ ਗੱਲ ਕਰਨੀ ਹੈਗੀ ਆ ਰੀਸੈਟਲਮੈਂਟ ਬਾਰ ਦੀ ਜਿਹੜੀ ਆ, ਉਹਦੇ 'ਚ ਜਿਹੜਾ ਇਮੀਗ੍ਰੇਸ਼ਨ ਤੇ ਦਾ ਲਾਅ ਹੈਗਾ ਇੱਥੇ ਅਸਾਈਲਮ ਦਾ, ਉਹ ਇਹ ਪ੍ਰੋਵਾਈਡ ਕਰਦਾ ਕਿ ਨੌਨ ਸਿਟੀਜ਼ਨ ਇਜ਼ ਬਾਰਡ ਫਰੋਮ ਅਸਾਈਲਮ ਐਂਡ ਆਲਸੋ ਫਰੋਮ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਇਫ ਦੇ ਵਰ ਫਰਮਲੀ ਰੀਸੈਟਲਡ ਇਨ ਅਨਦਰ ਕੰਟਰੀ ਪ੍ਰਾਇਰ ਟੂ ਅਰਾਈਵਿੰਗ ਇਨ ਦ ਯੂਨਾਈਟਿਡ ਸਟੇਟਸ। ਜੇ ਉਹ ਕਿਸੇ ਕੰਟਰੀ ਦੇ ਵਿੱਚ ਰੀਸੈਟਲਡ ਸੀਗੇ ਪਹਿਲਾਂ,
ਆਲਰੇਡੀ ਸੈਟਲ ਹੋ ਚੁੱਕੇ ਸੀ, ਜਿਵੇਂ ਕੋਈ ਬੰਦਾ ਇੰਡੀਆ 'ਚ ਉਹਨੂੰ ਬਹੁਤ ਤੰਗ ਕੀਤਾ ਜਾਂ ਕਿਸੇ ਹੋਰ ਕੰਟਰੀ 'ਚ ਬਹੁਤ ਤੰਗ ਕੀਤਾ ਗਿਆ, ਤੇ ਉਹ ਬੰਦਾ ਜਿਹੜਾ ਹੈਗਾ ਉਹਨੂੰ ਛੱਡ ਕੇ ਕਿਸੇ ਯੂਰਪੀਅਨ ਕੰਟਰੀ 'ਚ ਆ ਗਿਆ, ਉੱਥੇ ਉਹ ਸੈਟਲ ਹੋ ਗਿਆ, ਤੇ ਉਹ ਹੁਣ ਦੁਬਾਰਾ ਇਹ ਕਲੇਮ ਨਹੀਂ ਕਰ ਸਕਦਾ ਕਿ ਮੈਂ ਦੇਖੋ ਜੀ ਆਪਣੀ ਕੰਟਰੀ ਨਹੀਂ ਜਾ ਸਕਦਾ ਤੇ ਮੈਨੂੰ ਹੁਣ ਤੁਸੀਂ ਆ ਕੇ ਤੇ ਇੱਥੇ ਜਿਹੜਾ ਹੈਗਾ ਉਹ ਅਸਾਈਲਮ ਦਿਓ, ਕਿਉਂਕਿ ਗੌਰਮੈਂਟ ਇਹ ਕਹਿ ਸਕਦੀ ਆ ਵੀ ਤੂੰ ਉਸ ਕੰਟਰੀ ਦੇ ਵਿੱਚ ਚਲੇ ਜਾ। ਲੇਕਿਨ ਇਹਦੇ ਵਿੱਚ ਇੱਕ ਐਕਸੈਪਸ਼ਨ ਹੈਗੀ ਆ ਕਿ ਜੇ ਉਹ ਜਿਸ ਕੰਟਰੀ ਦੇ ਵਿੱਚ ਗਿਆ, ਫਰਜ਼ ਕਰੋ ਬੰਦਾ ਆਪਣੀ ਕੰਟਰੀ ਛੱਡ ਕੇ ਯੂਰਪ ਦੀ ਕਿਸੇ ਕੰਟਰੀ 'ਚ ਆ ਗਿਆ, ਪੋਰਚੁਗਲ ਆ ਗਿਆ ਜਾਂ ਸਪੇਨ 'ਚ ਆ ਗਿਆ ਜਾਂ ਆਸਟਰੀਆ 'ਚ ਆ ਗਿਆ, ਉੱਥੇ ਜੇ ਉਹਨੂੰ ਕੋਈ ਪ੍ਰੋਬਲਮ ਆ, ਉੱਥੇ ਜੇ ਉਹਨੂੰ ਸੈਪਰੇਟ ਕੋਈ ਇਸ਼ੂ ਆ ਜਿਹਦੇ ਕਰਕੇ ਉਹਨੂੰ ਪਰਸੀਕਿਊਸ਼ਨ ਹੋਈ ਆ, ਤੰਗ ਪਰੇਸ਼ਾਨੀ ਹੋਈ ਆ, ਤਾਂ ਉਹ ਬੰਦਾ ਜਿਹੜਾ ਰੀਸੈਟਲਮੈਂਟ ਵਾਲੀ ਜਿਹੜੀ ਇਹ ਕੰਡੀਸ਼ਨ ਆ ਇਹਨੂੰ ਚੈਲੰਜ ਕਰ ਸਕਦਾ, ਤਾਂ ਉਹ ਆ ਕੇ ਰਿਫਿਊਜੀ ਦਾ ਕੇਸ ਕਰ ਸਕਦਾ। ਲੇਕਿਨ ਉਹਨੂੰ ਸ਼ੋਅ ਕਰਨਾ ਪਊਗਾ ਵੀ ਨਵੇਂ ਮੁਲਕ ਦੇ ਵਿੱਚ ਵੀ ਉਹਨੂੰ ਕੋਈ ਤੰਗੀ ਪਰੇਸ਼ਾਨੀ ਜਾਂ ਪ੍ਰੋਬਲਮ ਆਈ ਆ। ਤੇ ਉਸ ਤੋਂ ਇਲਾਵਾ ਜਿਹੜੇ ਇਹਦੇ ਵਿੱਚ ਜਿਹੜਾ ਮੇਨ ਕੰਟਰੋਲਿੰਗ ਕੇਸ ਆ ਉਹ ਹੈਗਾ ਮੈਟਰ ਆਫ AGG। ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ 2011 ਦੇ ਵਿੱਚ ਇੱਕ ਫੈਸਲਾ ਕੀਤਾ ਸੀ ਕੇਸ ਦਾ, ਉਹ ਇਹ ਕੇਸ ਆ ਤੇ ਇਹ ਬੜਾ ਇੰਪੋਰਟੈਂਟ ਕੇਸ ਆ ਮੈਟਰ ਆਫ AGG। ਤੇ ਇਹ ਕੇਸ ਜਿਹੜਾ ਹੈਗਾ ਇਹਨੂੰ ਡੀਲ ਕਰਦਾ ਇਸ ਚੀਜ਼ ਨੂੰ, ਤੇ ਉਹ ਤੇ ਇਹਦੇ ਤੇ ਉੱਤੇ ਉਹਨਾਂ ਨੇ ਮਤਲਬ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਡਿਟੇਲਡ ਆਪਣਾ ਡਿਸੀਜਨ ਦਿੱਤਾ ਸੀਗਾ, ਤੇ ਇਹਦੇ 'ਚ ਕੁਛ ਉਹਨਾਂ ਨੇ ਜਿਹੜੀਆਂ ਹੈਗੀਆਂ ਉਹ ਐਕਸੈਪਸ਼ਨਸ ਵੀ ਰੱਖੀਆਂ ਸੀ। ਤੇ ਇਹਦੇ 'ਚ ਜਿਹੜੀਆਂ ਮੇਨ ਐਕਸੈਪਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਜਿਵੇਂ ਦੱਸ ਕੇ ਹਟਿਆ ਤੁਹਾਨੂੰ ਵੀ ਜਿਸ ਕੰਟਰੀ ਤੋਂ ਬੰਦਾ ਨਵੀਂ ਕੰਟਰੀ ਦੇ ਵਿੱਚ ਆਇਆ ਵੀ ਉਹ ਨਵੀਂ ਕੰਟਰੀ ਦੇ ਵਿੱਚ ਉਹਨੂੰ ਕੋਈ ਸੈਪਰੇਟ ਪ੍ਰੋਬਲਮ ਹੈ, ਉਹਨੂੰ ਕੋਈ ਵੱਖਰਾ ਇਸ਼ੂ ਹੈ ਜਿਹੜਾ ਕਿ ਉਹਦੇ ਉੱਥੇ ਆਉਣ ਤੋਂ ਬਾਅਦ ਉੱਠਿਆ, ਉਹਦਾ ਪੁਰਾਣੀ ਕੰਟਰੀ ਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਹੈ। ਇਹ ਇੱਕ ਐਕਸੈਪਸ਼ਨ ਇਹਦੇ ਵਿੱਚ ਆਮ ਤੌਰ 'ਤੇ ਹੋ ਜਾਂਦੀ ਆ। ਟਰੰਪ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਕਾਫੀ ਚੇਂਜਸ ਕੀਤੀਆਂ ਸੀ, ਉਹਨਾਂ ਨੇ ਕਾਫੀ ਸਖਤੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਉਹਨੂੰ ਹੁਣ ਜਿਹੜੀ ਹੈਗੀ ਆ ਇਹਨਾਂ ਨੇ ਜਿਹੜੀ ਹੈ ਉਹ ਰਿਵਰਸ ਕਰਨ ਦੀ ਕੋਸ਼ਿਸ਼ ਇਹ ਸਰਕਾਰ ਜਿਹੜੀ ਆ ਉਹ ਕਰ ਰਹੀ ਆ। ਜਿਹੜੇ ਆਪਾਂ ਮੈਟਰ ਆਫ AGG 'ਚ ਗੱਲ ਕੀਤੀ ਆ, ਇਸ ਕੇਸ ਦੇ ਵਿੱਚ 4 ਜਿਹੜੀਆਂ ਹੈਗੀਆਂ ਉਹ ਸਟੈਪਸ ਕੋਰਟ ਨੇ ਲੇ ਡਾਊਨ ਕੀਤੇ ਨੇ। ਪਹਿਲਾ, the government has the initial burden of proof of presenting prima facie evidence of an offer of firm resettlement relying on direct evidence। ਉਹ ਇਹ ਕਹਿੰਦੇ ਨੇ ਕਿ ਗੌਰਮੈਂਟ ਨੂੰ ਪ੍ਰੂਵ ਕਰਨਾ ਪੈਣਾ ਕਿ ਜਿਹੜਾ ਦੂਜੇ ਪਾਸੇ ਸਰਕਾਰੀ ਵਕੀਲ ਹੁੰਦਾ ਜਾਂ ਗੌਰਮੈਂਟ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਕੇਸ ਦੇ ਵਿੱਚ, ਕਿ ਇਹ ਬੰਦਾ ਜਿਹੜਾ ਜਾ ਕੇ ਕਿਸੇ ਵੀ ਥਰਡ ਕੰਟਰੀ ਦੇ ਵਿੱਚ ਰੀਸੈਟਲ ਹੋ ਸਕਦਾ, ਫਰਮ ਰੀਸੈਟਲਮੈਂਟ ਇਹਦੀ ਹੋ ਸਕਦੀ ਆ। ਦੂਜਾ, there is a prima facie evidence of firm resettlement, ਤੇ ਕੋਈ ਇੱਦਾਂ ਦੀ ਐਵੀਡੈਂਸ ਹੈਗੀ ਆ ਕਿ ਇਹ ਉੱਥੇ ਰੀਸੈਟਲ ਹੋ ਸਕਦਾ ਤੇ ਉਹ ਬੰਦੇ ਨੂੰ ਉਹਨੂੰ ਰਿਵਰਟ ਕਰਨ ਦਾ ਚਾਂਸ ਮਿਲੇਗਾ। ਤੀਜਾ, the government must weigh the totality of evidence to determine whether the firm resettlement has been rebutted। ਉਹ ਸਾਰੇ ਹਾਲਾਤ ਜਿਹੜੇ ਨੇ ਉਹ ਧਿਆਨ 'ਚ ਰੱਖ ਕੇ ਫੈਸਲਾ ਕੀਤਾ ਜਾਏਗਾ ਕਿ ਕੀ ਜਿਹੜੀ ਰੀਸੈਟਲਮੈਂਟ ਇਹਦੀ ਹੋਣੀ ਆ ਉਹਨੂੰ ਇਹਨੇ ਰਿਬਟ ਕੀਤਾ, ਉਹਨੂੰ ਇਹਨੇ ਚੈਲੰਜ ਕੀਤਾ, ਤੇ ਉਹ ਚੈਲੰਜ ਕਿੰਨਾ ਕੁ ਇਫੈਕਟਿਵ ਆ। ਚੌਥਾ, if the government finds that there was firm resettlement, the burden shifts to the applicant to establish an exception। ਜੇ ਇਹ ਫੈਸਲਾ ਗੌਰਮੈਂਟ ਕਰਦੀ ਹੈ ਵੀ ਇਹ ਰੀਸੈਟਲ ਹੋ ਸਕਦਾ, ਤਾਂ ਫਿਰ ਜਿਹੜਾ ਐਪਲੀਕੈਂਟ ਆ ਉਹਨੂੰ ਆਪਣੇ ਆਪ ਨੂੰ ਇਸ ਗੱਲ ਨੂੰ ਫਾਈਟ ਕਰਨਾ ਪਊਗਾ, ਇਹਨੂੰ ਇਸਟੈਬਲਿਸ਼ ਕਰਨਾ ਪਊਗਾ, ਤੇ ਇਹ ਦੱਸਣਾ ਪਊਗਾ ਵੀ ਮੇਰੇ ਤੇ ਐਕਸੈਪਸ਼ਨ ਜਿਹੜੀ ਆ ਉਹ ਇਹਦੀ ਜਿਹੜੀ ਹੈਗੀ ਆ ਉਹ ਲੱਗਦੀ ਆ, ਤੇ ਮੈਂ ਇਹਦੇ ਤੇ ਰੀਸੈਟਲ ਜਿਹੜਾ ਉਹ ਥਾਂ 'ਤੇ ਜਾ ਕੇ ਨਹੀਂ ਹੋ ਸਕਦਾ। ਤੇ ਇਹ ਆਮ ਤੌਰ 'ਤੇ ਜਿਹੜੀ ਫਰਮ ਰੀਸੈਟਲਮੈਂਟ ਬਾਰ ਹੈਗੀ ਆ ਇਹ ਉਹਨਾਂ 'ਤੇ ਲਾਉਂਦੇ ਆ ਜਿਹੜੇ ਬੰਦੇ ਕਿਸੇ ਹੋਰ ਮੁਲਕ ਤੋਂ ਤੰਗੀ ਪਰੇਸ਼ਾਨੀ 'ਚ ਆ ਕੇ ਕਿਸੇ ਤੀਜੀ ਕੰਟਰੀ ਚਲੇ ਜਾਂਦੇ ਆ, ਉੱਥੇ ਜਾ ਕੇ ਤਕਰੀਬਨ ਜਿਹੜੇ ਆ ਉਹ ਪੱਕੇ ਹੋ ਜਾਂਦੇ ਆ, ਫਿਰ ਉਹ ਆ ਜਾਂਦੇ ਆ ਕਿ ਸਾਨੂੰ ਆਪਣੀ ਕੰਟਰੀ 'ਚੋਂ ਖਤਰਾ, ਤਾਂ ਉਹਨਾਂ ਨੂੰ ਗੌਰਮੈਂਟ ਕਹਿ ਸਕਦੀ ਵੀ ਤੁਸੀਂ ਜਿਹੜੇ ਤੀਜੇ ਮੁਲਕ ਤੋਂ ਆਏ ਹੋ ਉੱਥੇ ਜਾ ਕੇ ਰਹਿ ਲਓ। ਪਰ ਜੇ ਉਹਨਾਂ ਨੂੰ ਤੀਜੇ ਮੁਲਕ 'ਚ ਵੀ ਪ੍ਰੋਬਲਮ ਹੈਗੀ ਆ ਤੇ ਕੋਈ ਸੈਪਰੇਟ, ਤਾਂ ਉਹ ਇਹਨੂੰ ਰਿਬਟ ਜਿਹੜਾ ਕੀਤਾ ਜਾ ਸਕਦਾ। ਪਰ ਫਿਰ ਵੀ ਹਰੇਕ ਕੇਸ ਜਿਹੜਾ ਡਿਫਰੈਂਟ ਹੁੰਦਾ, ਕੇਸ ਬਾਏ ਕੇਸ ਹੈਗਾ। ਲੇਕਿਨ ਇਹ ਇੱਕ ਬਾਰ ਜ਼ਰੂਰ ਆ ਅਸਾਈਲਮ ਦੇ ਉੱਤੇ ਕਿ ਜੇ ਇਹ ਲੱਗੇ ਵੀ ਇਹ ਬੰਦਾ ਰੀਸੈਟਲ ਕਿਤੇ ਹੋ ਸਕਦਾ ਤਾਂ ਉਹਦਾ ਅਸਾਈਲਮ ਦਾ ਕੇਸ ਜਿਹੜਾ ਹੈਗਾ ਉਹ ਡਿਨਾਈ ਕੀਤਾ ਜਾ ਸਕਦਾ ਇਸ ਗਰਾਊਂਡ ਦੇ ਉੱਤੇ। ਸੋ ਇਹ ਬੜਾ ਇੰਪੋਰਟੈਂਟ ਇੱਕ ਇਸ਼ੂ ਆ ਜਿਹੜਾ ਅੱਜ ਕੱਲ੍ਹ ਕੇਸਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਉਹ ਉੱਠ ਰਿਹਾ, ਫਰਮ ਰੀਸੈਟਲਮੈਂਟ ਬਾਰ ਦਾ, ਜਿਹਦੇ ਬਾਰੇ ਕਿ ਆਪਾਂ ਗੱਲ ਜਿਹੜੀ ਆ ਉਹ ਕਰਕੇ ਹਟੇ ਹਾਂ। ਤੇ ਇਹਦੇ ਨਾਲ ਹੁਣ ਗੱਲ ਕਰਦੇ ਹਾਂ ਆਪਾਂ ਬਾਰਡਰ ਦੀ ਸਿਚੁਏਸ਼ਨ ਦੀ, ਕਿ ਜਿਹੜੇ ਬੰਦੇ ਹੁਣ ਨਵੇਂ ਆਉਂਦੇ ਆ ਉਹਨਾਂ ਨੂੰ ਅੱਜ ਕੱਲ੍ਹ ਇਹ ਜਿਹੜੀ ਪਾਲਿਸੀ ਹੈਗੀ ਉਹੀ ਬਰਕਰਾਰ ਆ ਕਿ 72 ਘੰਟੇ ਦੇ ਵਿੱਚ ਜੇ ਕੋਈ ਫੈਮਿਲੀ ਆਉਂਦੀ ਹੈ ਨਾਲ ਬੱਚੇ ਛੋਟੇ ਆ ਉਹਨਾਂ ਨੂੰ ਉਹਦੇ ਜਿਹੜਾ ਗਰੰਟਰ ਆ ਉਹਦੇ ਕੋਲ ਛੱਡਿਆ ਜਾਂਦਾ। ਜਿਹੜਾ ਕੋਈ ਛੋਟਾ 18 ਸਾਲ ਤੋਂ ਘੱਟ ਉਮਰ ਦਾ ਆਉਂਦਾ ਉਹਨੂੰ ਵੀ ਇਸੇ ਤਰ੍ਹਾਂ ਹੀ। ਲੇਕਿਨ ਜਿਹੜੇ ਵੱਡੀ ਉਮਰ ਦੇ ਆਉਂਦੇ ਆ ਉਹਨਾਂ ਨੂੰ ਇਹ
ਲੈ ਜਾਂਦੇ ਹੈਗੇ ਆ ਇਮੀਗ੍ਰੇਸ਼ਨ ਦੇ ਕੈਂਪਾਂ 'ਚ, ਉਹਦੇ ਵਿੱਚ ਉਹਨਾਂ ਦੇ ਬਿਆਨ ਹੁੰਦੇ ਆ, ਕਈਆਂ ਦੇ ਨਹੀਂ ਵੀ ਬਿਆਨ ਹੁੰਦੇ, ਉਹ ਤੋਂ ਬਿਨਾਂ ਬੌਂਡ ਹੋ ਜਾਂਦਾ। ਜੇ ਆਈਸ ਬੌਂਡ ਕਰੇ ਤਾਂ ਥੋੜ੍ਹੀ ਅਮਾਊਂਟ ਦਾ ਹੁੰਦਾ, ਆਲਮੋਸਟ $3000 ਦਾ। ਜੇ ਜੱਜ ਕਰਨ ਤਾਂ ਜ਼ਿਆਦਾ ਅਮਾਊਂਟ ਦਾ ਹੁੰਦਾ। ਅਤੇ ਅਸੀਂ ਇਸ ਵੀ ਕੁਛ ਬੰਦਿਆਂ ਦੇ ਬੌਂਡ ਕਰਾਏ ਆ, ਅਤੇ ਉਹ ਫਿਰ ਬਾਹਰ ਆ ਕੇ ਆਪਣੇ ਕੇਸ ਜਿਹੜੇ ਲੜ ਸਕਦੇ ਆ। ਪਰ ਜਿਹੜੇ ਬਿਆਨ ਨੇ ਕ੍ਰੈਡੀਬਲ ਫੀਅਰ, ਉਹ ਸਾਰੇ ਬੰਦਿਆਂ ਦੇ ਨਹੀਂ ਹੋ ਰਹੇ, ਕਈਆਂ ਦੇ ਹੁੰਦੇ, ਕਈ ਦੇ ਨਹੀਂ ਹੁੰਦੇ। ਪਰ ਜੋ ਬਿਆਨ ਫੇਲ ਹੋ ਜਾਣ ਤਾਂ ਉਹ ਬੰਦਾ ਬਾਹਰ ਅਸਾਈਲਮ ਨਹੀਂ ਅਪਲਾਈ ਕਰ ਸਕਦਾ। ਜੇ ਬਿਆਨ ਨਾ ਫੇਲ ਹੋਣ ਤਾਂ ਉਹ ਅਸਾਈਲਮ ਦਾ ਕੇਸ ਜਿਹੜਾ ਬਾਹਰ ਆ ਕੇ ਆਪਣਾ ਉਹ ਫਾਈਟ ਕਰ ਸਕਦਾ। ਪਰ ਬਿਆਨ ਫੇਲ ਜੇ ਹੋ ਜਾਣ ਫਿਰ ਉਹਦੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਹੁੰਦੀ, ਮਤਲਬ ਬਾਹਰ ਆ ਕੇ ਜੇ ਬਾਹਰ ਆਉਂਦਾ ਵੀ ਆ ਅਸਾਈਲਮ ਕਰਨ ਦੀ, ਜਾਂ ਉਹਨੂੰ ਅੰਦਰੋਂ ਡਿਪੋਰਟ ਕੀਤਾ ਜਾਂਦਾ। ਅਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਹੜਾ US ਹਾਊਸ ਆ, ਇਹਦੇ ਵਿੱਚ ਹੁਣ ਕਈ ਜਿਹੜੇ ਹੈਗੇ ਨੇ ਉਹ ਬਿਲਸ ਪਾਸ ਹੋਏ ਨੇ। ਖਾਸ ਕਰਕੇ ਜਿਹੜਾ ਰੋ ਵਰਸਸ ਵੇਡ ਨੂੰ ਰਿਵਰਸ ਕੀਤਾ ਸੀ US ਸੁਪਰੀਮ ਕੋਰਟ ਨੇ, ਅਬੋਰਸ਼ਨ ਰਾਈਟਸ ਬਾਰੇ ਮੈਂ ਲਾਸਟ ਵੀਡੀਓ 'ਚ ਗੱਲ ਕੀਤੀ ਸੀ, ਤਾਂ ਉਹ ਜਿਹੜੇ ਹੈਗੇ ਆ ਹੁਣ ਸੈਨੇਟ ਦੇ ਵਿੱਚ ਗਏ ਆ, ਦੇਖਦੇ ਆ ਉੱਥੇ ਕੀ ਹੁੰਦਾ। ਉਹਦੇ ਬਾਰੇ ਵੀ ਕਾਫੀ ਜਿਹੜੀ ਹੈਗੀ ਆ ਇੱਥੇ ਅੱਜ ਕੱਲ੍ਹ ਹਲਚਲ ਹੈਗੀ ਆ। ਅਤੇ ਜਿਹੜੀ ਇਸ ਚੀਜ਼ ਦਾ ਇੰਪੈਕਟ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਇੱਥੇ ਹੁਣ ਜਿਹੜੀ ਹੋਣੀ ਆ ਅਮਰੀਕਾ ਦੇ ਵਿੱਚ, ਉਹ 'ਤੇ ਵੀ ਪੈਣਾ। ਸੋ ਦੇਖਦੇ ਆ ਇਹਦਾ ਕੀ ਹੁੰਦਾ। ਅਤੇ ਹੁਣ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਦਾ ਆਪਣਾ ਟਾਈਮ ਹੋ ਗਿਆ ਜੀ, ਅਤੇ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਸਵਾਲਾਂ ਦੇ ਜਵਾਬ ਆਪਾਂ ਦੇ ਸਕੀਏ। ਪਹਿਲਾ ਸਵਾਲ ਹੈ ਜੀ ਕਿ ਮੇਰਾ ਬੇਟਾ ਅਮਰੀਕਾ 'ਚ ਐਂਟਰ ਹੋਇਆ ਸੀ 2011 'ਚ, ਉਹਦੀ ਆਂਟ ਨੇ ਅਡੋਪਟ ਕੀਤਾ ਸੀ, ਉਹ ਅਮਰੀਕਨ ਸਿਟੀਜ਼ਨ ਆ, ਅਤੇ ਕੀ ਉਹ ਰੀਅਲ ਪੇਰੈਂਟ ਦਾ ਅਪਲਾਈ ਕਰ ਸਕਦਾ? ਨਹੀਂ ਜੀ, ਜੇ ਅਡੋਪਸ਼ਨ ਹੋ ਗਈ ਬੱਚੇ ਦੀ ਤਾਂ ਉਹਦਾ ਸਾਰਾ ਕਨੈਕਸ਼ਨ ਜਿਹੜਾ ਹੈਗਾ, ਲੀਗਲ ਕਨੈਕਸ਼ਨ, ਉਹ ਆਪਣੇ ਅਸਲੀ ਪੇਰੈਂਟਸ ਤੋਂ ਖਤਮ ਹੋ ਜਾਂਦਾ। ਤਾਂ ਉਹ ਜਿਹੜਾ ਹੈਗਾ ਬੱਚਾ ਉਹ ਨਹੀਂ ਆਪਣੇ ਪੇਰੈਂਟਸ ਨੂੰ ਬੁਲਾ ਸਕਦਾ। ਸੋ ਜੋ ਅਡੋਪਟ ਹੋ ਗਿਆ ਤਾਂ ਜਿਹਨੇ ਅਡੋਪਟ ਕੀਤਾ ਉਹਦਾ ਬੱਚਾ ਜੋ ਬਣ ਜਾਂਦਾ, ਜਿਹੜਾ ਉਹਦੇ ਅਸਲੀ ਪੇਰੈਂਟ ਨੇ ਉਹਨਾਂ ਦਾ ਨਹੀਂ ਅਪਲਾਈ ਕਰ ਸਕਦਾ ਉਹ। ਅਗਲਾ ਸਵਾਲ ਹੈ ਜੀ ਕਿ F2A ਕੈਟੇਗਰੀ 'ਚ ਅਪਲਾਈ ਕੀਤਾ ਸੀਗਾ, 1 ਸਾਲ ਹੋ ਗਿਆ, ਸਾਰਾ ਡਾਕੂਮੈਂਟਰੀ ਕੁਆਲੀਫਾਈ ਵੀ ਹੋ ਗਿਆ, ਜੇ ਕੁਛ ਨਹੀਂ ਆਇਆ ਸਾਨੂੰ ਸਿਰਫ ਉਹ ਜਿਹੜੀਆਂ ਹੈਗੀਆਂ 60 ਦਿਨ ਦੀਆਂ ਚਿੱਠੀਆਂ ਆ ਰਹੀਆਂ। ਬਿਲਕੁਲ ਠੀਕ ਹੈ ਜੀ, ਉਹ 60 ਡੇਜ਼ ਦੀਆਂ ਚਿੱਠੀਆਂ ਕਰਕੇ ਉਹਨੂੰ ਡਿਲੇ ਕਰ ਰਹੇ ਆ, ਅਤੇ ਇਹ ਅੱਜ ਕੱਲ੍ਹ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਇਹ ਡਿਲੇ ਹੈਗੀ ਆ। ਅਗਲਾ ਸਵਾਲ ਹੈ ਜੀ ਕਿ ਜਿਹੜੇ ਅਸਾਈਲਮ ਦੇ 5 ਗਰਾਊਂਡ ਇਹਨਾਂ ਬਾਰੇ ਦੱਸੋ। ਮੈਂ ਦੱਸ ਕੇ ਹਟਿਆ ਜੀ, ਮੈਨੂੰ ਕਈ ਸਵਾਲ ਆਏ ਸੀ ਇਹਦੇ ਬਾਰੇ, ਉਹਦੇ ਬਾਰੇ ਮੈਂ ਦੱਸ ਕੇ ਹਟਿਆ ਵੀ ਜਿਹੜੇ ਅਸਾਈਲਮ ਦੇ ਜਿਹੜੇ 5 ਗਰਾਊਂਡ ਨੇ, ਅਤੇ ਉਹਨਾਂ 'ਤੇ ਕੇਸ ਹੋ ਸਕਦਾ, ਅਤੇ ਉਹਨਾਂ ਵਿੱਚ ਜੇ ਕੇਸ ਹੋਣਾ ਚਾਹੀਦਾ ਉਹਦੇ ਨਾਲ ਨਾਲ ਜਿਹੜੀ ਪਾਸਟ ਪਰਸੀਕਿਊਸ਼ਨ ਅਤੇ ਫਿਊਚਰ ਪਰਸੀਕਿਊਸ਼ਨ ਵੀ ਹੋਣੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਕੋਈ ਬੰਦਾ ਬਾਰਡਰ ਕ੍ਰੋਸ ਕਰਕੇ ਆਉਂਦਾ ਹੈਗਾ ਟੈਕਸਸ ਵੱਲੋਂ, ਉਹਨੂੰ ਡਿਪੋਰਟ ਕੀਤਾ ਜਾ ਸਕਦਾ? ਡਿਪੋਰਟ ਤਾਂ ਕਿਸੇ ਨੂੰ ਵੀ ਕੀਤਾ ਜਾ ਸਕਦਾ ਜੀ, ਜਿਹੜਾ ਵੀ ਬੰਦਾ ਇੱਥੇ ਬਾਰਡਰ ਕ੍ਰੋਸ ਕਰਕੇ ਆਉਂਦਾ, ਉਹਦੀ ਕੋਈ ਗਰੰਟੀ ਤਾਂ ਹੈ ਨਹੀਂ। ਲੇਕਿਨ ਇਹ ਆ ਕਿ ਆਮ ਤੌਰ 'ਤੇ ਜਿਹੜੀ ਸਰਕਾਰ ਆ ਉਹਦੀ ਪੋਲਿਸੀ ਇਹ ਹੈਗੀ ਆ ਵੀ ਜਿਹੜੇ ਬੱਚਿਆਂ ਨਾਲ ਆਉਂਦੇ ਆ ਪੇਰੈਂਟਸ, ਉਹਨਾਂ ਨੂੰ 72 ਘੰਟੇ ਛੱਡ ਦਿੰਦੇ ਜੇ ਬਾਹਰ ਗਰੰਟਰ ਹੋਵੇ ਕੋਈ, ਅਤੇ ਜਿਹੜੇ ਜ਼ਿਆਦਾ ਵੱਡੀ ਉਮਰ ਦੇ ਆਉਂਦੇ ਆ ਉਹਨਾਂ ਨੂੰ ਇੱਕ ਨਾ ਕਿਸੇ ਕੈਂਪ 'ਚ ਲਾਏ ਜਾਂਦੇ ਆ, ਉੱਥੇ ਵੀ ਬੌਂਡ ਹੋਈ ਜਾਂਦੇ ਆ। ਪਰ ਜੇ ਗੌਰਮੈਂਟ ਚਾਹੇ ਤਾਂ ਡਿਪੋਰਟ ਕਰ ਸਕਦੀ ਹੈ। ਸੈਟਲਡ ਲਾਅ ਹੈਗਾ US ਸੁਪਰੀਮ ਕੋਰਟ ਦਾ, ਇਹਦੇ ਬਾਰੇ ਮੈਂ ਤੁਹਾਨੂੰ ਜਿਹੜਾ ਪਿਛਲੀ ਵੀਡੀਓ ਦੱਸਿਆ ਸੀ ਕਿ ਡਿਟੈਂਸ਼ਨ ਦੇ ਵਿੱਚ ਜਦੋਂ ਕੋਈ ਬੰਦਾ ਆ ਗਿਆ ਉਹਦਾ ਕੋਈ ਰਾਈਟ ਨਹੀਂ ਬੌਂਡ 'ਤੇ ਬਾਹਰ ਆਉਣ ਦਾ, ਗੌਰਮੈਂਟ ਦੀ ਮਰਜ਼ੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹਦਾ ਕੋਈ ਹੱਕ ਨਹੀਂ ਗਾ ਵੀ ਉਹਨੂੰ ਬੌਂਡ 'ਤੇ ਛੱਡਿਆ ਜਾਵੇ, ਗੌਰਮੈਂਟ ਛੱਡ ਸਕਦੀ ਹੈ, ਨਹੀਂ ਵੀ ਛੱਡ ਸਕਦੀ। ਅਗਲਾ ਸਵਾਲ ਹੈ ਜੀ ਕਿ ਜਿਹੜੇ ਬੰਦੇ ਲੂਜ਼ੀਆਨਾ ਕੈਂਪ 'ਚ ਨੇ ਉਹਨਾਂ ਬਾਰੇ ਦੱਸੋ ਕਿ ਉਹ ਪਰੋਲ 'ਤੇ ਛੁੱਟ ਰਹੇ ਆ ਕਿ ਨਹੀਂ। ਲੂਜ਼ੀਆਨਾ ਕੈਂਪ ਥੋੜ੍ਹੀ ਸਖਤੀ ਜ਼ਿਆਦਾ ਜੀ, ਉੱਥੇ ਆ ਵੀ ਕਈ ਜੱਜ ਜਿਹੜੇ ਆ ਬੌਂਡ ਡਿਨਾਈ ਕਰ ਰਹੇ ਆ, ਅਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੇ ਬੰਦੇ ਕਲੈਕਸੀਕੋ ਕੈਂਪ ਦੇ ਵਿੱਚ ਹੈਗੇ ਆ, ਜਾਂ ਐਰੀਜ਼ੋਨਾ 'ਚ ਈਲੋਏ ਜਾਂ ਫਲੋਰੈਂਸ ਆ, ਉਹਨਾਂ ਦੇ ਜ਼ਿਆਦਾ ਬੌਂਡ ਹੋ ਰਹੇ ਆ। ਲੂਜ਼ੀਆਨਾ 'ਚ ਬੌਂਡ ਹੋ ਰਹੇ ਆ, ਪਰ ਕਈਆਂ ਦੇ ਡਿਨਾਈ ਵੀ ਹੋ ਰਹੇ ਆ, ਬੌਂਡ ਜੱਜ ਡਿਨਾਈ ਵੀ ਕਰ ਰਹੇ ਆ। ਦੂਜਿਆਂ ਦੇ ਮੁਕਾਬਲੇ ਥੋੜ੍ਹੀ ਸਖਤੀ ਜ਼ਿਆਦਾ ਹੈ। ਅਗਲਾ ਸਵਾਲ ਹੈ ਜੀ ਕਿ ਜੇ ਡਿਟੈਂਸ਼ਨ ਕੈਂਪ ਵਿੱਚੋਂ ਤੁਸੀਂ ਕੇਸ ਲੈਂਦੇ ਹੋ, ਕਰਦੇ ਹੋ? ਹਾਂਜੀ ਕਰਦੇ ਆ ਜੀ, ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਅਸੀਂ ਬੰਦੇ ਬੌਂਡ 'ਤੇ ਕਢਾਏ ਆਪਣੇ, ਸਾਡੇ ਬਾਹਰ ਆਏ ਨੇ, ਅਤੇ ਅਸੀਂ ਕਰਦੇ ਹਾਂ ਇਹ। ਅਤੇ ਜੇ ਕੋਈ ਬੰਦਾ ਇੱਥੇ ਕੈਂਪ ਦੇ ਵਿੱਚ ਆ ਜਾਂਦਾ, ਉਹਦਾ ਕੋਈ ਬਾਹਰ ਗਰੰਟਰ ਵਗੈਰਾ ਹੈਗਾ, ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਅਗਲਾ ਸਵਾਲ ਹੈ ਜੀ ਕਿ ਅਸਾਈਲਮ ਕੇਸ ਲੱਗਿਆ ਹੋਇਆ, ਅਤੇ ਉਦੋਂ ਬਾਅਦ ਇਹਦੇ 'ਚ ਜਿਹੜਾ ਬੰਦਾ ਗਰੰਟਰ ਲੈਂਦਾ ਉਹਦੀ ਕਿੰਨੀ ਕੁ ਜ਼ਿੰਮੇਵਾਰੀ ਹੈ ਜੇ ਗਰੰਟੀ ਚੱਕਦਾ? ਜ਼ਿੰਮੇਵਾਰੀ ਹੁੰਦੀ ਹੈ ਜੀ, ਕਿਉਂਕਿ ਜਿਹੜਾ ਗਰੰਟਰ ਆ ਉਹਨੇ ਇਹ ਕਹਿਣਾ ਹੁੰਦਾ ਵੀ ਮੇਰੇ ਕੋਲ ਆ ਕੇ ਰਹੂਗਾ। ਸੋ ਆਮ ਤੌਰ 'ਤੇ ਉਹ ਬੰਦੇ ਨੂੰ ਜਾਂ ਕੇਸ ਵੀ ਉੱਥੇ ਮੂਵ ਕੀਤਾ ਜਾਂਦਾ ਜਿੱਥੇ ਗਰੰਟਰ ਰਹਿੰਦਾ, ਜਿਹੜੀ ਸਟੇਟ ਦੇ ਵਿੱਚ, ਅਤੇ ਉਨੀ ਕੁ ਉਹਦੀ ਜ਼ਿੰਮੇਵਾਰੀ ਜ਼ਰੂਰ ਹੁੰਦੀ ਆ, ਅਤੇ ਰਿਸਪੌਂਸੀਬਿਲਟੀ ਉਹਦੀ ਹੈਗੀ ਆ। ਅਗਲਾ ਸਵਾਲ ਹੈ ਜੀ ਕਿ ਜਿਹੜੇ ਰਿਫਿਊਜੀ ਟਰੈਵਲ ਡਾਕੂਮੈਂਟ ਨੇ ਉਹ ਕਿੰਨੀ ਵਾਰੀ ਮਿਲ ਸਕਦੇ ਆ? ਉਹਦਾ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਰਿਨਿਊ ਕਰਾ ਸਕਦੇ ਹੋ ਬਾਰ-ਬਾਰ, ਅਤੇ ਉਹ ਤੁਹਾਨੂੰ ਜਿਹੜੇ ਹੈਗੇ ਮਿਲੀ ਜਾਂਦੇ ਆ। ਉਹ 'ਚ ਕੋਈ ਇੱਦਾਂ ਦੀ ਰੁਕਾਵਟ ਨਹੀਂ ਹੈਗੀ ਇੱਕ ਵਾਰੀ ਲੈਣਾ, 2 ਵਾਰੀ ਲੈਣਾ, ਪਰ ਉਹਦੇ ਵਾਸਤੇ ਇਹੀ ਆ ਵੀ ਕੇਸ ਪਾਸ ਹੋਇਆ ਹੋਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਮੈਂ 2019 'ਚ ਡਿਪੋਰਟ ਹੋਇਆ ਸੀ ਅਮਰੀਕਾ ਤੋਂ, ਅਤੇ ਦੁਬਾਰਾ ਆ ਸਕਦਾ? ਆ ਤਾਂ ਸਕਦੇ ਹੋ, ਪਰ ਤੁਹਾਨੂੰ ਦੁਬਾਰਾ ਫਿਰ ਉਹ ਡਿਪੋਰਟ ਕਰ ਸਕਦੇ ਆ।
ਉਹ ਸੇਮ ਚੀਜ਼ ਦੇ ਅੰਡਰ ਤੁਹਾਨੂੰ ਦੁਬਾਰਾ ਜਿਹੜੀ ਹੈਗੀ ਡੈਪੂਟੇਸ਼ਨ ਜਿਹੜੀ ਹੈਗੀ ਹੈ, ਕਿਉਂਕਿ ਆਮ ਤੌਰ ਡੈਪੂਟੇਸ਼ਨ 5 ਸਾਲ ਜਾਂ 10 ਸਾਲ ਦੀ ਹੁੰਦੀ ਹੈ, ਉਹਨੂੰ ਦੁਬਾਰਾ ਜਿਹੜਾ ਹੈਗਾ ਉਹ ਕਰਕੇ ਤੁਹਾਨੂੰ ਦੁਬਾਰਾ ਰਿਪੋਰਟ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਜਿਹੜੇ ਇਲੀਗਲ ਐਂਟਰੀ ਕਰਕੇ ਆਉਂਦੇ ਨੇ ਅਤੇ ਉਹਨਾਂ ਦੇ ਜਿਹੜੇ ਇੱਥੇ ਉਹਨਾਂ ਨੂੰ ਐਂਟਰੀ ਮਿਲ ਰਹੀ ਹੈ, ਉਹਨਾਂ ਦੀ ਇੰਟਰਵਿਊਜ਼ ਆ ਰਹੀਆਂ ਨੇ, ਜਿਹੜੇ ਇੰਨੇ ਸਾਲਾਂ ਦੇ ਇੱਥੇ ਹੈਗੇ ਉਹਦੀ ਇੰਟਰਵਿਊਜ਼ ਨਹੀਂ ਆ ਰਹੀਆਂ, ਇਹ ਬਿਲਕੁਲ ਠੀਕ ਹੈ ਜੀ। ਇਹ ਜਿਹੜੇ ਬੰਦੇ ਹੁਣ ਆ ਰਹੇ ਨੇ ਉਹਨਾਂ ਨੂੰ ਪਹਿਲਾਂ ਡੇਟਾਂ ਦੇ ਰਹੇ ਨੇ, ਜਿਹੜੇ ਹੁਣ ਚਿਰ ਦੇ ਇੱਥੇ ਬੈਠੇ ਉਹਨਾਂ ਨੂੰ ਡੇਟਾ ਨਹੀਂ ਦੇ ਰਹੇ। ਇੱਥੇ ਕਈਆਂ ਨੇ ਅਸਾਈਲਮ ਅਪਲਾਈ 5-5 6-6 ਸਾਲ ਹੋ ਗਏ ਕੀਤਿਆਂ ਨੂੰ, ਅਜੇ ਤੱਕ ਇੰਟਰਵਿਊ ਡੇਟ ਨਹੀਂ ਆਈ, ਅਤੇ ਇਸ ਤਰ੍ਹਾਂ ਇਹ ਚੱਲ ਰਿਹਾ। ਅਗਲਾ ਸਵਾਲ ਹੈ ਜੀ ਕਿ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਬੱਚਾ ਹੈ ਉਹ ਫਾਈਨਲ ਈਅਰ ਦੇ ਵਿੱਚ ਹੈਗਾ ਅਤੇ ਉਹ ਹੁਣ PhD ਕਰ ਰਿਹਾ, ਉਹ ਇੱਥੇ ਅਮਰੀਕਾ ਕਿੱਦਾਂ ਆ ਸਕਦਾ। ਇੱਦਾਂ ਆਉਣ ਦਾ ਤਾਂ ਕੋਈ ਤਰੀਕਾ ਨਹੀਂ ਜੀ। ਬੇਸਿਕਲੀ ਤਾਂ ਇਹੀ ਤਰੀਕੇ ਹੈਗੇ, ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ, ਜਾਂ ਫਰਦਰ ਸਟੱਡੀ ਵਾਸਤੇ ਸਟੂਡੈਂਟ ਵੀਜ਼ਾ ਟਰਾਈ ਕਰ ਸਕਦੇ ਹੋ, ਹੋਰ ਤਾਂ ਉਹਦੀ ਬੇਸ 'ਤੇ ਆਉਣ ਦਾ ਕੋਈ ਇੱਦਾਂ ਤਰੀਕਾ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਕਲੌਕ ਨਹੀਂ ਬੋਲਦਾ ਸਾਡਾ ਅਤੇ ਵਰਕ ਪਰਮਿਟ ਅਸੀਂ 180 ਦਿਨ ਬਾਅਦ ਕਰ ਸਕਦੇ ਹਾਂ। ਜੇ ਕਲੌਕ ਨਹੀਂ ਬੋਲਦਾ ਫਿਰ ਤੁਸੀਂ ਨਹੀਂ ਕਰ ਸਕਦੇ, ਪਰ ਕਈ ਵਾਰੀ ਜੇ ਤੁਹਾਡਾ ਕੇਸ USCIS ਇਮੀਗ੍ਰੇਸ਼ਨ 'ਚ ਲੱਗਿਆ, ਉੱਥੇ ਕਲੌਕ ਓਪਨ ਨਹੀਂ ਬੋਲਦਾ ਹੁੰਦਾ, ਪਰ ਤੁਹਾਡੇ ਜੇ ਫਿੰਗਰਪ੍ਰਿੰਟ ਵਗੈਰਾ ਹੋਏ ਆ, ਜੇ ਇੰਟਰਵਿਊ ਨਹੀਂ ਆਈ ਤਾਂ ਆਮ ਤੌਰ 'ਤੇ ਕਲੌਕ ਚੱਲਦਾ ਹੁੰਦਾ, ਫਿਰ ਕਰ ਸਕਦੇ ਹੋ। ਪਰ ਕਲੌਕ ਚੱਲਣਾ ਜ਼ਰੂਰੀ ਹੈ ਵਰਕ ਪਰਮਿਟ ਲਈ। ਜੇ ਕਲੌਕ ਨਹੀਂ ਚੱਲਦਾ, ਤੁਹਾਡਾ ਬੰਦ ਹੋ ਗਿਆ, ਫਿਰ ਤੁਸੀਂ 180 ਦਿਨ ਬਾਅਦ ਵਰਕ ਪਰਮਿਟ ਨਹੀਂ ਕਰ ਸਕਦੇ। ਕਲੌਕ ਜਿਹੜਾ ਚੱਲਣਾ ਜ਼ਰੂਰੀ ਹੈ। ਅਗਲਾ ਸਵਾਲ ਹੈ ਜੀ, ਜੇ ਅਸਾਈਲਮ ਅਪਲਾਈ ਕੀਤਾ ਹੋਵੇ USA ਵਿੱਚ ਅਤੇ ਵਾਈਫ ਦੇ ਬੇਬੀ ਹੋ ਜਾਵੇ ਤਾਂ ਪੇਰੈਂਟਸ ਨੂੰ ਕੋਈ ਬੈਨੀਫਿਟ ਮਿਲੂਗਾ? ਨਹੀਂ ਜੀ। ਜੇ ਇੱਥੇ ਬੱਚਾ ਪੈਦਾ ਹੋ ਜਾਂਦਾ, ਉਹ ਬੱਚਾ ਸਿਟੀਜ਼ਨ ਬਣ ਜਾਂਦਾ, ਉਹ ਫਿਰ 21 ਸਾਲ ਦਾ ਹੋ ਕੇ ਮਾਂ-ਬਾਪ ਦਾ ਅਪਲਾਈ ਕਰ ਸਕਦਾ, ਲੇਕਿਨ ਹੋਰ ਕੋਈ ਬੈਨੀਫਿਟ ਵਗੈਰਾ ਉਹਦੇ ਕਰਕੇ ਨਹੀਂ ਮਿਲਦਾ। ਵੀ ਇਹ ਨਹੀਂ ਹੈਗਾ ਵੀ ਉਹਦੇ ਕਰਕੇ ਤੁਹਾਡਾ ਕੇਸ ਪਾਸ ਹੋ ਜੂ, ਇੱਦਾਂ ਦੀ ਕੋਈ ਗੱਲ ਨਹੀਂ। ਅਗਲਾ ਸਵਾਲ ਹੈ ਜੀ ਕਿ ਹੁਣ ਜੋ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰ ਰਹੇ ਨੇ, ਉਹਨਾਂ ਦਾ ਵਰਕ ਪਰਮਿਟ ਕਿੰਨੀ ਦੇਰ 'ਚ ਆ ਰਿਹਾ? ਜਿਹੜਾ ਤਾਂ ਇਨੀਸ਼ੀਅਲ ਵਰਕ ਪਰਮਿਟ ਆ, ਜਿਹੜਾ ਜਿਹਨੂੰ ਫਸਟ ਟਾਈਮ ਮਿਲਣਾ, ਉਹ 180 ਦਿਨ ਬਾਅਦ ਜਦੋਂ ਕਰਦਾ ਉਹਨੂੰ ਮਹੀਨੇ ਡੇਢ ਮਹੀਨੇ 'ਚ ਆ ਜਾਂਦਾ। ਪਰ ਜਿਹਨੇ ਰਿਨਿਊ ਕਰਾਉਣਾ, ਜਿਵੇਂ ਕਿਸੇ ਨੂੰ 2 ਸਾਲ ਦਾ ਮਿਲਿਆ, ਖਤਮ ਹੋ ਗਿਆ, ਦੁਬਾਰਾ ਲੈਣਾ, ਉਹਨੂੰ ਅਜੇ ਵੀ 14 ਤੋਂ 15 ਮਹੀਨੇ ਲੱਗ ਰਹੇ ਆ। ਗੌਰਮੈਂਟ ਨੇ ਕਿਹਾ ਸੀ ਤੇਜ਼ ਕਰਾਂਗੇ, ਪਰ ਅਜੇ ਕੋਈ ਤੇਜ਼ੀ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਅਗਲਾ ਸਵਾਲ ਹੈ ਜੀ ਕਿ ਫਿੰਗਰਪ੍ਰਿੰਟ ਤੋਂ ਬਾਅਦ ਅਸਾਈਲਮ ਕੇਸ ਦੀ ਇੰਟਰਵਿਊ ਕਦੋਂ ਆਉਂਦੀ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਕਈ ਵਾਰ ਤਾਂ ਇੰਟਰਵਿਊ ਜਿਹੜੀਆਂ ਮਹੀਨੇ 2 ਮਹੀਨੇ 'ਚ ਆ ਜਾਂਦੀਆਂ ਨੇ, ਕਈ ਵਾਰੀ ਸਾਲ ਨਹੀਂ ਆਉਂਦੀਆਂ, ਉਹਨਾਂ ਦੀ ਮਰਜ਼ੀ ਆ। ਇਹਦੇ ਬਾਰੇ ਕੋਈ ਫਿਕਸਡ ਟਾਈਮ ਨਹੀਂ ਆ ਵੀ ਕਦੋਂ ਇੰਟਰਵਿਊ ਆਉਣੀ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਬੇਟਾ ਅਗਸਤ 21 'ਚ USA ਸਟੱਡੀ ਵੀਜ਼ੇ 'ਤੇ ਆਇਆ ਸੀ ਅਤੇ ਅਸਾਈਲਮ ਕੇਸ ਉਸਦਾ ਅਸਾਈਲਮ ਕੇਸ ਨਹੀਂ ਲੱਗ ਰਿਹਾ ਕਿ ਦੁਬਾਰਾ ਸਟੱਡੀ ਵੀਜ਼ੇ 'ਤੇ ਆ। ਦੇਖੋ ਇੱਦਾਂ ਆ ਵੀ ਜੇ ਸਟੱਡੀ ਵੀਜ਼ੇ 'ਤੇ ਆਇਆ ਅਤੇ ਸਟੱਡੀ ਕੰਟੀਨਿਊ ਕਰੇ, ਪਰ ਜੇ ਕਿਸੇ ਕਾਰਨ ਕਰਕੇ ਨਹੀਂ ਕਰ ਸਕਦਾ ਅਸਾਈਲਮ ਦੇ, ਜੇ ਉਹ ਜਿਹੜੇ 5 ਗਰਾਊਂਡਾਂ ਦੇ ਵਿੱਚ ਆਉਂਦਾ ਤਾਂ ਲਾ ਸਕਦਾ। ਮੈਂ ਦੱਸ ਕੇ ਹਟਿਆ ਗਰਾਊਂਡ ਕਿਹੜੇ ਆ। ਸੋ ਅਸਾਈਲਮ ਉਹ ਵੀ ਅਪਲਾਈ ਕਰ ਸਕਦਾ, ਪਰ ਅਸਾਈਲਮ ਦਾ ਕੇਸ ਤਾਂ ਕਰਨਾ ਚਾਹੀਦਾ ਜੇ ਕੋਈ ਪਹਿਲਾਂ ਪਰਸੀਕਿਊਸ਼ਨ ਹੋਈ ਹੈ, ਫਿਊਚਰ ਡਰ ਆ, ਅਤੇ ਅਸਾਈਲਮ ਦੇ 5 ਗਰਾਊਂਡਾਂ 'ਚ ਆਉਂਦੇ ਹੋ। ਇਨ ਅਦਰ ਵਰਡ, ਜੇ ਸੱਚਾ ਕੇਸ ਆ, ਜੇ ਰੀਅਲੀ ਕੋਈ ਪ੍ਰੋਬਲਮ ਹੈ, ਉੱਦਾਂ ਹੀ ਐਵੇਂ ਰਹਿਣ ਵਾਸਤੇ ਅਸਾਈਲਮ ਨਹੀਂ ਲਾਉਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਮੈਂ ਕੈਨੇਡਾ ਆਪਣੀ ਵਾਈਫ ਨਾਲ ਅਸਾਈਲਮ ਲਾਇਆ ਸੀ ਅਤੇ ਉਸ ਤੋਂ ਬਾਅਦ ਕੈਨੇਡੀਅਨ ਬੋਰਨ ਮੇਰਾ ਬੱਚਾ ਵੀ ਆ, ਅਸਾਈਲਮ ਅਪਰੂਵ ਨਹੀਂ ਹੋਇਆ ਅਤੇ USA ਆ ਕੇ ਅਸਾਈਲਮ ਅਸੀਂ ਲਾ ਸਕਦੇ ਹਾਂ। ਜੇ ਤੁਸੀਂ ਕੈਨੇਡਾ 'ਚ ਲਾਇਆ ਨਹੀਂ ਪਾਸ ਹੋਇਆ, ਤਾਂ ਜੇ ਤੁਸੀਂ ਅਮਰੀਕਾ ਕਿਸੇ ਤਰ੍ਹਾਂ ਆ ਜਾਂਦੇ ਹੋ ਅਸਾਈਲਮ ਲਾ ਸਕਦੇ ਹੋ। ਉਹਦੇ ਕਰਕੇ ਉਹ ਇਟਸੈਲਫ ਕੋਈ ਰੁਕਾਵਟ ਨਹੀਂ ਹੈਗੀ। ਇੱਦਾਂ ਦਾ ਕੋਈ ਲਾ ਨਹੀਂ ਵੀ ਜੇ ਕੈਨੇਡਾ 'ਚ ਨਹੀਂ ਹੋਇਆ ਤਾਂ ਇੱਥੇ ਵੀ ਨਹੀਂ ਹੋਣਾ, ਪਰ ਉਹਦੇ ਬਾਰੇ ਜਾਣਕਾਰੀ ਦੇਣੀ ਪਏਗੀ, ਦੱਸਣਾ ਪਏਗਾ ਵੀ ਉੱਥੇ ਲਾਇਆ ਸੀ, ਉਹ ਨਹੀਂ ਪਾਸ ਹੋਇਆ, ਇੱਥੇ ਤੁਸੀਂ ਆ ਕੇ ਜੇ ਆ ਜਾਂਦੇ ਹੋ ਤਾਂ ਲਾ ਸਕਦੇ ਹੋ ਅਤੇ ਉਹ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ 18 ਸਾਲ ਤੋਂ ਉੱਪਰ ਅਤੇ 21 ਸਾਲ ਤੋਂ ਘੱਟ ਮੈਂ ਹੈਗਾ ਅਤੇ ਅਡੋਪਸ਼ਨ ਦਾ ਕੇਸ ਹੋ ਸਕਦਾ? ਹਾਂਜੀ, ਉਹਦੇ ਵਾਸਤੇ ਗਾਰਡੀਅਨਸ਼ਿਪ ਦਾ ਕੇਸ ਹੁੰਦਾ। ਪਹਿਲਾਂ ਜਿਹੜੀ ਲੋਕਲ ਫੈਮਿਲੀ ਕੋਰਟ ਆ ਉੱਥੇ ਜਾਂਦਾ, ਉਸ ਤੋਂ ਬਾਅਦ ਫਿਰ ਉਹ ਕੇਸ ਜਿਹੜਾ I-360 ਜਿਹੜੀ ਪਟੀਸ਼ਨ ਕਰਨੀ ਪੈਂਦੀ ਆ, ਫਿਰ ਇਮੀਗ੍ਰੇਸ਼ਨ ਜਾਂਦਾ। ਇਸ ਤਰ੍ਹਾਂ ਉਹ ਤੁਸੀਂ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੈਂ ਜੇ ਵੀ ਕੈਨੇਡਾ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਜਾਂ ਉੱਥੋਂ ਮੈਂ ਇੱਥੇ ਅਮਰੀਕਾ ਆ ਜਾਵਾਂ, ਬਾਰਡਰ ਕ੍ਰੋਸ ਕਰਕੇ ਅਸਾਈਲਮ ਲਾ ਸਕਦਾ? ਪਹਿਲੀ ਗੱਲ ਤਾਂ ਮੈਂ ਇਸ ਤਰੀਕੇ ਨਾਲ ਆਉਣ ਦੇ ਹੱਕ 'ਚ ਨਹੀਂ ਆ। ਜਿਹੜੇ ਬੰਦੇ ਇਲੀਗਲ ਬਾਰਡਰ ਕ੍ਰੋਸ ਕਰਕੇ ਆਉਂਦੇ ਆ, ਉਹ ਤਰੀਕਾ ਖਤਰਨਾਕ ਹੈ, ਗੈਰ ਕਾਨੂੰਨੀ ਆ। ਸੋ ਉਹਦੀ ਮੈਂ ਕੋਈ ਜਿਹੜੀ ਪ੍ਰੋੜਤਾ ਨਹੀਂ ਕਰਦਾ, ਨਾ ਮੈਂ ਕਿਸੇ ਨੂੰ ਕਹਿੰਦਾ ਤੁਸੀਂ ਆਓ, ਕਿਉਂਕਿ ਇਹ ਤਰੀਕਾ ਗਲਤ ਹੈ, ਇਸ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਪਰ ਜਿਹੜੇ ਆ ਜਾਂਦੇ ਆ ਉਹਨਾਂ ਦੀ ਜਾਣਕਾਰੀ ਲਈ ਦੱਸਦਾ ਵੀ ਅਸਾਈਲਮ ਕੋਈ ਵੀ ਲਾ ਸਕਦਾ। ਜੇ ਉਹ ਬਾਰਡਰ 'ਤੇ ਫੜੇ ਜਾਂਦੇ ਆ ਤਾਂ ਉੱਥੇ ਉਹ ਕਹਿ ਸਕਦੇ ਆ ਵੀ ਸਾਨੂੰ ਖਤਰਾ, ਤਾਂ ਉਹਨਾਂ ਨੂੰ ਉਹ ਫਿਰ ਡਿਟੈਂਸ਼ਨ ਸੈਂਟਰ 'ਚ ਲੈ ਜਾਂਦੇ ਆ, ਉੱਥੇ ਉਹਨਾਂ ਦਾ ਬਾਉਂਡ ਵਗੈਰਾ ਹੋ ਜਾਂਦਾ। ਅਤੇ ਜੇ ਉਹ ਆ ਜਾਣ ਉੱਦਾਂ ਹੀ ਤਾਂ ਅਸਾਈਲਮ ਲਾ ਸਕਦੇ। ਅਸਾਈਲਮ ਕੋਈ ਵੀ ਲਾ ਸਕਦਾ, ਅਸਾਈਲਮ 'ਤੇ ਕੋਈ ਰੁਕਾਵਟ ਨਹੀਂ ਗੀ, ਪਰ ਅਸਾਈਲਮ ਦਾ ਕੇਸ ਸੱਚਾ ਹੋਣਾ ਚਾਹੀਦਾ। ਜਿਹੜੇ ਅਸਾਈਲਮ ਦੇ 5 ਗਰਾਊਂਡ ਆ, ਉਹਨਾਂ ਵਿੱਚ ਜਿਹੜਾ ਹੈਗਾ ਉਹ ਕੇਸ ਹੋਣਾ ਚਾਹੀਦਾ, ਉਹ ਲਾ ਸਕਦੇ ਆ।
ਤੇ ਉਹਦੇ 'ਚ ਕੋਈ ਜਿਹੜੀ ਹੈਗੀ ਆ ਉਹ ਪ੍ਰੋਬਲਮ ਨਹੀਂ। ਤੇ ਸਾਡਾ ਆਪਣਾ ਆਖਰੀ ਸਵਾਲ ਇਹ ਹੈਗਾ ਕਿ ਅਸਾਈਲਮ ਦੇ ਕੇਸ ਪਾਸ ਹੋ ਰਹੇ? ਬਿਲਕੁਲ ਹੋ ਰਹੇ ਆ ਜੀ। ਸਾਡੇ ਕੇਸ ਮੈਂ ਦੱਸ ਕੇ ਹਟਿਆ ਵੀ 2 ਪਾਸ ਹੋਏ ਆ ਤੇ ਕੇਸ ਹੋ ਰਹੇ ਆ ਪਾਸ। ਬਾਕੀ ਡਿਪੈਂਡ ਕੇਸ ਤੇ ਵੀ ਕਰਦਾ, ਜੱਜ ਤੇ ਵੀ ਕਰਦਾ, ਵਕੀਲ ਤੇ ਵੀ ਕਰਦਾ, ਪਰ ਕੇਸ ਪਾਸ ਹੋ ਰਹੇ ਨੇ। ਪਰ ਰੀਲੋਕੇਸ਼ਨ ਦਾ ਜਾਂ ਫਰਮ ਰੀਸੈਟਲਮੈਂਟ ਬਾਰ ਦਾ ਜਿਹੜਾ ਇਸ਼ੂ ਹੁੰਦਾ ਉਹ ਇਹਨਾਂ ਕੇਸਾਂ ਦੇ ਵਿੱਚ ਹਮੇਸ਼ਾ ਹੁੰਦਾ, ਉਹਦੇ ਬਾਰੇ ਮੈਂ ਡਿਸਕਸ ਕੀਤਾ। ਤੇ ਇਹ ਸੀ ਜੀ ਆਪਣੇ ਅੱਜ ਦੇ ਸਵਾਲ। ਤੇ ਮੈਨੂੰ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦੁਬਾਰਾ ਫੇਰ ਮਿਲਾਂਗੇ ਇਸੇ ਤਰ੍ਹਾਂ ਅਗਲੇ ਹਫਤੇ। ਸਤਿ ਸ਼੍ਰੀ ਅਕਾਲ ਜੀ।